ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਇਨ ਵਿਟਰੋ ਫਰਟੀਲਾਈਜੇਸ਼ਨ ਦੇ ਸਬਜੈਕਟ ਤੇ। ਆਈਵੀਐਫ ਬਾਰੇ ਤੁਸੀਂ ਸੁਣਿਆ ਹੋਣਾ, ਟੈਸਟ ਟਿਊਬ ਬੇਬੀਜ਼ ਬਾਰੇ ਸੁਣਿਆ ਹੋਣਾ। ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, ਸਾਰਾ ਪ੍ਰੋਸੀਜਰ ਕਿਵੇਂ ਹੁੰਦਾ ਹੈ, ਕਦੋਂ ਸ਼ੁਰੂ ਹੋਇਆ, ਸਕਸੈਸ ਰੇਟ ਬਾਰੇ ਤੇ ਹੋਰ ਵਿਸਤਾਰ ਦੇ ਵਿੱਚ ਜਾਣਕਾਰੀ ਲਵਾਂਗੇ। ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ ਡਾਕਟਰ ਜੀ.ਕੇ. ਬੇਦੀ ਸਾਡੇ ਨਾਲ ਮੌਜੂਦ ਨੇ, ਜੋ ਗਾਇਨੀ ਐਂਡ ਇਨਫਰਟੀਲਿਟੀ ਸਪੈਸ਼ਲਿਸਟ ਨੇ। ਸੋ ਇਸ ਪੂਰੇ ਵਿਸ਼ੇ 'ਤੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਵਾਗਤ ਹੈ ਮੈਮ ਪਹਿਲਾਂ ਤਾਂ ਜੀ। ਥੈਂਕ ਯੂ ਜੀ। ਮੈਮ ਆਈਵੀਐਫ ਦੀ ਗੱਲ ਕਰਾਂਗੇ ਆਪਾਂ। ਪਹਿਲਾਂ ਤਾਂ ਆਈਵੀਐਫ ਨੂੰ ਸਿੰਪਲ ਵੇ 'ਚ ਆਪਾਂ ਡਿਫਾਈਨ ਕਿਵੇਂ ਕਰੀਏ ਜੀ? IVF ਦਾ ਮਾਨੇ ਹੈ ਇਨ ਵਿਟਰੋ ਫਰਟੀਲਾਈਜੇਸ਼ਨ। ਇਨ ਵਿਟਰੋ ਦਾ ਮਤਲਬ ਹੈ ਕਿ ਅਸੀਂ ਕੋਈ ਚੀਜ਼ ਬਾਹਰ ਕਰ ਰਹੇ ਹਾਂ। ਇਨ ਵੀਵੋ ਹੁੰਦਾ ਸਰੀਰ ਦੇ ਅੰਦਰ, ਇਨ ਵਿਟਰੋ ਹੁੰਦਾ ਬਾਹਰ। ਤਾਂ ਬੇਸਿਕ ਹੈ ਇਨ ਵਿਟਰੋ ਫਰਟੀਲਾਈਜੇਸ਼ਨ। ਅਤੇ ਫਰਟੀਲਾਈਜੇਸ਼ਨ ਦਾ ਮਤਲਬ ਹੈ ਕਿ ਅਸੀਂ ਇੱਕ ਅੰਡਾ ਅਤੇ ਇੱਕ ਸ਼ੁਕਰਾਣੂ ਲੈ ਕੇ ਉਹਦਾ ਅਸੀਂ ਐਮਬਰੀਓ ਬਣਾ ਦੇਂਗੇ, ਉਹ ਅੱਗੇ ਜਾ ਕੇ ਬੱਚਾ ਬਣ ਜਾਏਗਾ। ਤੋ ਵਿਸਤਾਰ ਵਿੱਚ ਹੋਏਗਾ ਇਨ ਵਿਟਰੋ ਫਰਟੀਲਾਈਜੇਸ਼ਨ ਦਾ ਮਾਨੇ ਹੈ ਕਿ ਅਸੀਂ ਐਗ ਅਤੇ ਸਪਰਮ ਲੈ ਕੇ ਆਪਣੇ ਲੈਬੋਰੇਟਰੀ 'ਚ ਬਣਾ ਕੇ ਵਾਪਸ ਅਸੀਂ ਲੇਡੀ ਦੇ ਬੱਚੇਦਾਨੀ 'ਚ ਪਾ ਦਾਂਗੇ। ਦਿਸ ਇਜ਼ ਇਨ ਵਿਟਰੋ ਫਰਟੀਲਾਈਜੇਸ਼ਨ। ਇਹਦੇ ਅੰਦਰ ਜ਼ਿਆਦਾਤਰ ਲੇਡੀਜ਼ ਜਾਂ ਜੈਂਟਸ ਜਿਹੜੇ ਆਉਂਦੇ ਹੈ, ਮੋਸਟ ਆਫ ਦੈਮ ਥੋੜ੍ਹੀ ਟਰੀਟਮੈਂਟ ਨਾਲ ਹੀ ਠੀਕ ਹੋ ਜਾਂਦੇ। ਜਿਸ ਤਰ੍ਹਾਂ ਸਾਨੂੰ ਪਤਾ ਇੰਡੀਆ ਦੇ ਸਟੈਟਿਸਟਿਕਸ 10 to 15% ਜਿਹੜੀ ਪਾਪੂਲੇਸ਼ਨ ਹੈਗੀ ਸਾਡੀ, ਉਹਨਾਂ ਨੂੰ ਕੋਈ ਨਾ ਕੋਈ ਅਸਿਸਟੈਂਸ ਦੀ ਜ਼ਰੂਰਤ ਹੈ। ਬੱਚਾ ਨਹੀਂ ਹੋ ਸਕਦਾ, ਕਿਸੇ ਕਾਰਨ ਨਹੀਂ ਹੋ ਸਕਦਾ। ਸਿਰਫ 5 ਜਾਂ 10% ਨੂੰ IVF ਦੀ ਲੋੜ ਪੈਂਦੀ ਹੈ। ਅਤੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ IVF ਸਾਡਾ ਲਾਸਟ ਟਰੀਟਮੈਂਟ ਹੈ। ਪਹਿਲਾ ਟਰੀਟਮੈਂਟ ਸਾਡੇ ਕੋਲ ਹੋਰ ਵੀ ਬਹੁਤ ਆਪਸ਼ਨਸ ਹੈ ਬੱਚਾ ਦੇਣ ਲਈ। ਬਟ ਜੇ IVF ਦੀ ਨੌਬਤ ਆ ਗਈ ਤੇ IVF ਕੋਈ ਆਰਟੀਫਿਸ਼ਲ ਪ੍ਰੋਸੀਜਰ ਨਹੀਂ ਹੈ। IVF ਇੱਕ ਸਿੰਪਲ ਪ੍ਰੋਸੀਜਰ ਹੈ, ਬਹੁਤ ਹੀ ਸਾਇੰਟੀਫਿਕ ਪ੍ਰੋਸੀਜਰ ਹੈ, ਜਿਸ ਦੇ ਅੰਦਰ ਹਰ ਇੱਕ ਸਟੇਜ ਵਿੱਚ ਅਸੀਂ ਦੇਖ ਸਕਦੇ ਕਿ ਹਾਂ ਲੇਡੀਜ਼ ਦੇ ਜਿਹੜੇ ਅੰਡੇ ਹੈ ਉਹ ਠੀਕ ਹੈ, ਉਹ ਠੀਕ ਵੱਧ ਰਹੇ ਹੈ। ਅਸੀਂ ਸਪਰਮਸ ਲੈਂਦੇ, ਹਸਬੈਂਡ ਦੇ ਸ਼ੁਕਰਾਣੂ ਲੈਂਦੇ, ਉਹ ਦੇਖਦੇ ਹਾਂ ਕਿ ਠੀਕ ਹੈ ਨਹੀਂ ਠੀਕ ਹੈ, ਆਪਸ ਵਿੱਚ ਦੋਨਾਂ ਦਾ ਮੇਲ ਹੋਇਆ ਕਿ ਨਹੀਂ ਹੋਇਆ ਹੈ। ਚਾਂਸ ਦੀ ਗੱਲ ਹੈ ਕਿ ਨੋਰਮਲ ਜਦ ਲੇਡੀ ਜਾਂ ਜੈਂਟਸ ਇੰਟਰਕੋਰਸ ਕਰਦੇ ਹੈ, ਸਕਸੈਸ ਆਫ ਪ੍ਰੈਗਨੈਂਸੀ ਜਾਂ ਚਾਂਸ ਪ੍ਰੈਗਨੈਂਸੀ ਦਾ ਸਿਰਫ 10 ਤੋਂ 15% ਹੈ ਇਹ ਨੋਰਮਲ ਕਪਲ ਦੇ ਅੰਦਰ। ਬਟ ਜਦ ਅਸੀਂ IVF ਕਰਦੇ ਸਕਸੈਸ ਵੱਧ ਜਾਂਦਾ ਹੈ। ਤੇ ਮੈਮ ਹਿਸਟਰੀ ਦੀ ਗੱਲ ਕਰੀਏ ਜੀ, ਕਦੋਂ ਇਹ ਸ਼ੁਰੂ ਹੋਇਆ ਸੀਗਾ ਤੇ ਉਹ ਵੀ ਦੱਸੋ। ਤੇ ਫਿਰ ਇਹਦੇ ਵਿੱਚ ਚੇਂਜ ਵੀ ਆਇਆ ਹੋਣਾ ਟੈਕਨੋਲੋਜੀ ਦੇ ਵਿੱਚ ਟਾਈਮ ਦੇ ਨਾਲ ਨਾਲ, ਉਹ ਵੀ ਦੱਸੋ। IVF ਕੋਈ ਨਵੀਂ ਚੀਜ਼ ਹੈ ਨਹੀਂ, ਉਹਨੂੰ ਐਸਟੈਬਲਿਸ਼ ਪ੍ਰੋਸੀਜਰ ਹੈ। ਅਤੇ ਜੇ IVF ਸ਼ੁਰੂ ਹੋਇਆ ਸੀ ਇੰਡੀਆ 'ਚ ਵੀ ਕਾਫੀ ਕੰਮ ਹੋਇਆ ਸੀ। ਇੰਡੀਆ ਉਸ ਟਾਈਮ ਅਸੀਂ ਹਰ ਇੱਕ ਚੀਜ਼ ਛੁਪਾ ਦਿੰਦੇ ਸੀ। ਪਰ ਜਿਹੜਾ UK 'ਚ ਪਹਿਲਾਂ ਬੇਬੀ ਬੋਰਨ ਹੋਇਆ ਸੀ, ਲੂਇਸ ਬਰਾਊਨ ਬੇਬੀ ਹੈ, ਫੀਮੇਲ ਚਾਈਲਡ ਹੋਇਆ ਸੀ। ਪੈਟਰਿਕ ਅਤੇ ਐਡਵਰਡਸ ਇਹ ਦੋ ਸਾਇੰਟਿਸਟ, ਉਹਨਾਂ ਨੇ ਆਪ ਇਹ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਸੀ IVF। ਤੋਂ ਅਸੀਂ ਉਹਨਾਂ ਨੂੰ ਆਪਣੇ ਫਾਦਰ ਮੰਨਦੇ ਹਾਂ ਕਿ ਚਲੋ ਗੁਰੂ ਮੰਨਦੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਟੈਕਨੀਕ ਸਾਨੂੰ ਸਿਖਾਇਆ ਹੈ। ਉਹ ਬੇਬੀ ਲੂਇਸ ਬਰਾਊਨ 1978 ਵਿੱਚ ਪੈਦਾ ਹੋਈ ਸੀ। ਉਸਦਾ ਹੁਣ ਆਪਣਾ ਬੱਚਾ ਵੀ ਹੋ ਗਿਆ ਹੈ। ਤਾਂ ਉਸ ਤੋਂ ਬਾਅਦ ਫਟਾਫਟ IVF ਬੇਬੀਜ਼ ਆਉਂਦੇ ਰਹੇ। ਇੰਡੀਆ 'ਚ ਵੀ ਇੱਕ ਬੰਗਾਲੀ ਡਾਕਟਰ ਹੈ ਸੁਭਾਸ਼ ਚਟੋਪਾਧਿਆਏ, ਉਹਨਾਂ ਦੇ IVF ਸਕਸੈਸ ਹੋਇਆ ਸੀ ਲੂਇਸ ਬਰਾਊਨ ਦੇ ਸਾਲ ਬਾਅਦ ਹੀ। ਬਟ ਉਹ ਕਦੀ ਵੀ ਨਹੀਂ ਡਾਕੂਮੈਂਟ ਹੋਇਆ। 1978। ਅਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਵੀ ਨਹੀਂ ਦਿੱਤਾ, ਸਾਥ ਨਹੀਂ ਦਿੱਤਾ, ਨਾ ਰਿਸਰਚ ਲਈ ਕੋਈ ਪੈਸੇ ਦਿੱਤੇ। ਫਰਸਟ੍ਰੇਟਡ ਇੰਨੇ ਹੋ ਗਏ ਸੀ ਦੈਟ ਹੀ ਹੈਡ ਟੂ ਕਮਿਟ ਸੁਇਸਾਈਡ। ਸੋ ਇਹ ਮੈਂ ਕਹਿ ਰਹੀ ਹਾਂ ਕਿ ਸਾਇੰਸ ਬਹੁਤ ਤਰੱਕੀ ਕਰ ਰਿਹਾ, ਬਟ ਜੇ ਗਵਰਨਮੈਂਟ ਸਾਨੂੰ ਰਿਸਰਚ ਲਈ ਕੋਈ ਅੱਗੇ ਜਾਣ ਦੀ ਸਹੂਲਤਾਂ ਨਹੀਂ ਦੇਗੀ ਅਤੇ ਸਾਇੰਸ ਪਿੱਛੇ ਰਹਿ ਜਾਏਗਾ, ਰਿਸਰਚ ਵੀ ਇੰਡੀਆ 'ਚ ਪਿੱਛੇ ਰਹਿ ਜਾਏਗਾ। ਬਟ ਹੁਣ ਅੱਗੇ ਚੱਲੀਏ ਤਾਂ IVF ਬਾਰੇ ਗੱਲ ਕਰੀਏ ਤਾਂ IVF ਬਹੁਤ ਹੀ ਸਾਇੰਟੀਫਿਕ ਪ੍ਰੋਸੀਜਰ ਹੈ। ਮੈਮ ਮੈਂ ਇਹ ਪੁੱਛ ਰਿਹਾ ਸੀਗਾ ਕਿ ਟਾਈਮ ਦੇ ਨਾਲ ਚੇਂਜ ਬਦਲਾਅ ਵੀ ਆਇਆ ਹੋਣਾ ਇਸ ਟੈਕਨੋਲੋਜੀ ਦੇ ਵਿੱਚ, ਕਿਵੇਂ ਕਿਵੇਂ ਚੇਂਜ ਹੁੰਦਾ ਗਿਆ ਜੀ? IVF ਵਿੱਚ ਮੈਂ ਆਪ ਹੀ ਦੇਖ ਰਹੀ ਹਾਂ, 22 ਸਾਲ ਮੈਨੂੰ ਹੋ ਗਏ IVF ਕਰਦੇ ਕਰਦੇ। ਜਿਹੜੀ ਸਾਡੀ ਮਸ਼ੀਨਾਂ ਪਹਿਲੇ ਸੀ, ਦੇਖੋ ਸਾਡਾ ਇੱਕ ਹੁੰਦਾ ਹੈ ਕਿ ਕਲੀਨਿਕਲ ਜਿੰਨਾ ਸਾਨੂੰ ਪਤਾ ਹੈ, ਨੌਲੇਜ ਹੈ, ਉਹ ਬਹੁਤ ਵੱਧ ਗਈ ਹੈ ਕਿਉਂਕਿ ਅਸੀਂ ਹਰ ਇੱਕ ਪੇਸ਼ੈਂਟ ਨਾਲ ਸਿੱਖਦੇ ਹਾਂ। ਇੱਕ ਕਲੀਨਿਕਲ ਨੌਲੇਜ, ਦੂਸਰੇ ਸਾਡਾ IVF ਲੈਬ ਵਿੱਚ ਸਾਡੇ ਜਿਹੜੇ ਇਨਕਿਊਬੇਟਰ ਜਿੱਥੇ ਅਸੀਂ ਸ਼ੁਕਰਾਣੂ ਅਤੇ ਅੰਡੇ ਬਣਾ ਕੇ ਰੱਖਦੇ ਸੀ, ਪਹਿਲੇ ਇੰਨੇ ਵੱਡੇ ਵੱਡੇ ਹੁੰਦੇ ਸੀ, ਠੀਕ ਹੈ, ਉਹਨਾਂ ਦੀ ਟੈਕਨੀਕ ਥੋੜ੍ਹੀ ਫਰਕ ਹੁੰਦੇ ਸੀ। ਹੁਣ 22 ਸਾਲ ਵਿੱਚ ਮੈਂ 3-4 ਵਾਰੀ ਆਪਣੇ ਲੈਬ ਬਦਲ ਚੁੱਕੀ ਹਾਂ। ਇਨਵੈਸਟਮੈਂਟ ਹੈਵੀ ਹੈ ਪਰ ਸਾਨੂੰ ਰਿਜ਼ਲਟ ਓਰੀਐਂਟਡ ਚਾਹੀਦਾ ਹੈ ਅਤੇ ਰਿਜ਼ਲਟਸ ਦਾ ਬਹੁਤ ਫਰਕ ਪਿਆ ਹੈ।
ਤੇ ਸਾਡੇ ਲਰਨਿੰਗ ਵਿੱਚ ਫਰਕ ਪੈ ਗਿਆ, ਸਾਡੇ ਲੈਬ ਵਿੱਚ ਬਹੁਤ ਇੰਪਰੂਵਮੈਂਟ ਹੈ। ਐਂਡ ਥਰਡ ਮੋਸਟ ਇੰਪੋਰਟੈਂਟ ਹੈ ਜਿਹੜੇ ਸਾਡੇ ਮੀਡੀਆ ਹੁੰਦਾ ਉਹ ਸੋਲਿਊਸ਼ਨਸ ਹੈ ਜਿਸ ਦੇ ਅੰਦਰ ਅੰਡੇ ਜਾਂ ਸਪਰਮਸ ਵੱਧਦੇ ਹੈ। ਪਹਿਲੇ ਅਸੀਂ ਆਪ ਬਣਾਉਂਦੇ ਸੀ, ਅਸੀਂ ਇੰਨਾ ਵੇਗ ਮਸ਼ੀਨ ਲੈ ਕੇ ਇੰਨੀ ਦਵਾਈ ਪਾ ਦੀ, ਇੰਨਾ ਰੈੱਡ ਸਾਲਟ ਵਾਈਟ ਸਾਲਟ ਪਾ ਕੇ ਸੋਲਿਊਸ਼ਨਸ ਆਪਣੇ ਆਪ ਬਣਾਉਂਦੇ ਸੀ। ਹੁਣ ਰੈਡੀਮੇਡ ਬਣ ਰਹੇ ਹੈ, ਟੈਸਟਡ ਹੈ, ਸਟੈਂਡਰਡਾਈਜ਼ਡ ਹੈ, ਸਭ ਕੁਝ ਸਟੈਂਡਰਡਾਈਜ਼ਡ ਹੈ। ਤਾਂ ਉਹ ਸਾਡੇ ਲਈ ਬਹੁਤ ਬਹੁਤ ਫਾਇਦੇਮੰਦ ਹੋ ਗਈ ਹੈ। ਮੈਮ ਸਕਸੈਸ ਰੇਟ ਦੀ ਗੱਲ ਕੀਤੀ ਜਾਵੇ ਤਾਂ ਕੋਈ ਅਜੇ ਤੱਕ ਕੋਈ ਇਹਨੂੰ ਐਕਚੁਅਲ ਦੇ ਵਿੱਚ ਦੱਸਿਆ ਗਿਆ ਵੀ ਇਹ ਤਾਂ ਇੰਨਾ ਸਕਸੈਸ ਰੇਟ ਹੈ, ਕਿਸੇ ਕੋਈ ਮਾਪਦੰਡ ਹੋਵੇ ਜੀ? ਕਿਉਂ ਨਹੀਂ, ਸਟੈਟਿਸਟਿਕਸ ਸਾਡਾ ਮੇਨ ਫੋਕਸ ਹੀ ਸਕਸੈਸ ਦੇ ਉੱਪਰ ਹੈ। ਸਕਸੈਸ ਸ਼ੁਰੂ ਹੋਈ ਸੀ 15% ਨਾਲ 1980 90s ਵਿੱਚ, ਉਸ ਤੋਂ ਬਾਅਦ ਇਟ ਵੈਂਟ ਅਪ ਟੂ 20-25%। ਹੁਣ ਅਸੀਂ 35% to 40% ਕਹਿੰਦੇ ਕੈਰੀ ਹੋਮ ਬੇਬੀ ਰੇਟ। ਵੈਸੇ ਸਕਸੈਸ ਗੋਜ਼ ਔਨ ਟੂ 50 to 60% ਆਲਸੋ। ਬਟ ਜਿਹੜਾ ਕੈਰੀ ਹੋਮ ਬੇਬੀ ਹੁੰਦਾ ਕਿ 9 ਮਹੀਨੇ ਬਾਅਦ ਤੁਹਾਡੇ ਹੱਥ 'ਚ ਬੱਚਾ ਆ ਜਾਏਗਾ। ਵਿਚਕਾਰ ਜਿਹੜੇ 9 ਮਹੀਨੇ ਹੈ ਕਈ ਵਾਰੀ ਹੁੰਦਾ ਕਿ 10 to 15% ਦੇ ਅਬੋਰਸ਼ਨ ਹੋ ਜਾਂਦੇ। ਉਹ ਵੈਸੇ ਵੀ ਕਈਆਂ ਦੇ ਅਬੋਰਸ਼ਨ ਜਨਰਲ ਪਬਲਿਕ ਵਿੱਚ ਵੀ ਹੋ ਜਾਂਦੇ IVF ਤੋਂ ਬਗੈਰ ਹੀ। ਕਈਆਂ ਦੀ ਥੋੜ੍ਹੀ ਪ੍ਰੀਮੈਚੁਰ ਡਿਲੀਵਰੀ ਹੋ ਜਾਂਦੀ ਹੈ। ਸੋ IVF ਟੈਕਨੀਕ ਬਹੁਤ ਹੀ ਅੱਛਾ ਟੈਕਨੀਕ ਹੈ। IVF ਟੈਕਨੀਕ ਸਕਸੈਸ ਬਹੁਤ ਅੱਛਾ ਹੈ। 40 to 45% ਤੁਸੀਂ ਸਕਸੈਸ ਦੇ ਦੋਗੇ, ਹੋਰ ਕੀ ਚਾਹੀਦਾ ਕਪਲ ਨੂੰ। ਮੈਮ ਓਵਰਆਲ ਹੋਰ ਡਿਫਰੈਂਸ, ਮੇਜਰ ਡਿਫਰੈਂਸਿਸ ਕਿਹੜੇ ਕਿਹੜੇ ਹੁੰਦੇ ਨੇ IVF ਦੇ ਵਿੱਚ ਤੇ ਜਿਹੜਾ ਆਪਣਾ ਨੈਚੁਰਲ ਵੇ ਹੁੰਦਾ? ਇੱਕ ਤਾਂ ਤੁਸੀਂ ਸਟਾਰਟਿੰਗ 'ਚ ਹੀ ਦੱਸਿਆ, ਤੁਸੀਂ ਜਦੋਂ ਡੈਫੀਨੇਸ਼ਨ ਦੱਸੀ ਹੈ ਕਿ ਕੀ ਫ਼ਰਕ ਹੁੰਦਾ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 9 ਮਹੀਨੇ ਦਾ ਟਾਈਮ ਇਹਦੇ ਵਿੱਚ ਹੁੰਦਾ, ਹੋਰ ਕੋਈ ਮੇਜਰ ਡਿਫਰੈਂਸਿਸ ਕੀ ਨੇ ਜੀ ਦੋਵਾਂ ਦੇ ਵਿੱਚ? ਜਦ ਅਸੀਂ ਇਨਫਰਟਾਈਲ ਕਪਲ ਕੀ ਹੁੰਦਾ, ਜੇ ਸਾਲ ਉਹ ਟਰਾਈ ਕਰਦਾ ਬੱਚੇ ਲਈ ਪਰ ਬੱਚਾ ਨਹੀਂ ਹੋ ਸਕਦਾ, ਫਿਰ ਅਸੀਂ ਉਹਨਾਂ ਨੂੰ ਬੁਲਾਉਂਦੇ ਜਾਂ ਪੇਸ਼ੈਂਟ ਆਪਣੇ ਆਪ ਆ ਜਾਂਦਾ ਹੈ, ਅਸੀਂ ਉਹਨਾਂ ਦੇ ਟੈਸਟ ਕਰਦੇ ਹਾਂ। ਲੇਡੀਜ਼ ਦੇ ਵੀ ਕਈ ਟੈਸਟ ਹੁੰਦੇ ਜਿਹਦੇ ਅੰਦਰ ਬਲੱਡ ਟੈਸਟ ਹੁੰਦੇ, ਅਲਟਰਾਸਾਊਂਡ ਹੁੰਦਾ, ਉਹਨਾਂ ਦਾ ਚੈੱਕਅਪ ਹੁੰਦਾ। ਜੈਂਟਸ ਲਈ ਜਨਰਲੀ ਅਸੀਂ ਸੀਮਨ ਦਾ ਟੈਸਟ ਕਰਾਉਂਦੇ, ਸ਼ੁਕਰਾਣੂ ਟੈਸਟ। ਇੱਕੋ ਹੀ ਟੈਸਟ ਸਾਨੂੰ ਬਹੁਤ ਇਨਫੋਰਮੇਸ਼ਨ ਦੇ ਦੇਗਾ, ਕਿਉਂਕਿ 50% ਚਾਂਸ ਹੈ ਕਿ ਜੈਂਟਸ ਦੀ ਪ੍ਰੋਬਲਮ ਹੋਏ। ਅਸੀਂ ਖਾਮਖਾਹ ਲੇਡੀਜ਼ ਨੂੰ ਹੀ ਬਲੇਮ ਕਰਦੇ ਰਹਿੰਦੇ। 50% ਅਸੀਂ ਦੇਖਦੇ ਜਿਸ ਤਰ੍ਹਾਂ 10 ਮਰੀਜ਼ ਆ ਗਏ ਅੱਜ ਮੇਰੇ, 5% ਹੋਏਗਾ ਕਿ ਮੇਲ ਦੀ ਪ੍ਰੋਬਲਮ ਹੋਏਗੀ, ਉਹਦੇ ਸ਼ੁਕਰਾਣੂ ਠੀਕ ਨਹੀਂ ਹੈ ਜਾਂ ਸ਼ੁਕਰਾਣੂ ਬਾਹਰ ਨਹੀਂ ਕੱਢ ਸਕਦਾ ਜਾਂ ਕੋਈ ਨਾ ਕੋਈ ਪ੍ਰੋਬਲਮ ਨਿਕਲਦੀ ਹੈ। ਉਹ ਟਰੀਟਮੈਂਟ ਲਈ ਨਹੀਂ ਆਉਂਦੇ, ਉਹ ਪਹਿਲੇ ਲੇਡੀਜ਼ ਨੂੰ ਭੇਜ ਦਿੰਦੇ ਕਿ ਤੁਸੀਂ ਆਪਣਾ ਟਰੀਟਮੈਂਟ ਕਰਾਓ ਜੀ, ਮੈਂ ਤਾਂ ਬਿਲਕੁਲ ਠੀਕ ਹਾਂ। ਠੀਕ ਹੈ, ਹੁਣ ਇਹ ਜ਼ਰੂਰ ਅਸੀਂ ਕਨਵੇ ਕਰਨਾ ਕਿ ਜੈਂਟਸ ਪਹਿਲੇ ਅੱਗੇ ਆਉਣਗੇ। ਜੈਂਟਸ ਦਾ ਟੈਸਟ ਹੋਏਗਾ, ਸ਼ੁਕਰਾਣੂ ਦਾ ਟੈਸਟ, ਉਹ ਸਿੰਪਲ ਟੈਸਟ ਹੈ, ਉਹ ਆ ਕੇ ਸਾਨੂੰ ਦੇ ਦੇਣਗੇ। ਫਿਰ ਲੇਡੀਜ਼ ਦਾ ਅਸੀਂ ਟੈਸਟਿੰਗ ਸ਼ੁਰੂ ਕਰਦੇ ਹਾਂ। ਨੋਰਮਲੀ ਕੀ ਹੁੰਦਾ ਹੈ ਕਿ ਜਦ ਅਸੀਂ ਟਰੀਟਮੈਂਟ ਸ਼ੁਰੂ ਕਰਦੇ ਹਾਂ ਸਾਨੂੰ ਪਤਾ ਚੱਲ ਜਾਂਦਾ ਕਿ ਲੇਡੀ ਦੇ ਅੰਡੇ ਬਣ ਰਹੇ ਕਿ ਨਹੀਂ, ਲੇਡੀ ਦੀ ਬੱਚੇਦਾਨੀ ਠੀਕ ਹੈ ਕਿ ਨਹੀਂ, ਬੱਚੇਦਾਨੀ 'ਚ ਕੋਈ ਰਸੌਲੀਆਂ ਤਾਂ ਨਹੀਂ ਹੈ। ਰਸੌਲੀ ਕਰਕੇ ਵੀ ਕਈ ਵਾਰੀ ਪ੍ਰੈਗਨੈਂਸੀ ਨਹੀਂ ਠਹਿਰਦੀ, ਕਈ ਵਾਰੀ ਅੰਡੇ ਹੀ ਨਹੀਂ ਬਣਦੇ। ਅੰਡੇ ਕੰਡੀਸ਼ਨ ਹੁੰਦੀ ਪੋਲੀਸਿਸਟਿਕ ਓਵਰੀਜ਼, ਕਈਆਂ ਨੂੰ ਪਤਾ ਹੋਏਗਾ ਪੋਲੀਸਿਸਟਿਕ ਓਵਰੀਜ਼, ਉਸਦੇ ਅੰਦਰ ਬਹੁਤ ਅੰਡੇ ਲੇਡੀ ਦੇ ਅੰਦਰ, ਬਟ ਇਹ ਕਿ ਛੋਟੇ ਛੋਟੇ ਅੰਡੇ ਹੁੰਦੇ, ਉਹ ਫਿਰ ਬਾਹਰ ਆ ਕੇ ਪ੍ਰੈਗਨੈਂਸੀ ਨਹੀਂ ਕਰਦੇ। ਸੋ ਉਹਦਾ ਅਸੀਂ ਪਹਿਲੇ ਹੀ ਟਰੀਟਮੈਂਟ ਕਰ ਦਿੰਦੇ। ਕਈ ਵਾਰੀ ਟਰੀਟਮੈਂਟ ਦੇ ਦੌਰਾਨ ਹੀ ਬੱਚਾ ਠਹਿਰ ਜਾਂਦਾ, ਸਾਨੂੰ ਹੋਰ IVF ਦੀ ਲੋੜ ਹੀ ਨਹੀਂ ਪੈਂਦੀ ਹੈ। ਹੋਰ ਵੀ ਕਈ ਟਰੀਟਮੈਂਟ ਹੁੰਦੇ, ਕਈ ਵਾਰੀ ਟਿਊਬ, ਜਿਸ ਤਰ੍ਹਾਂ ਅਸੀਂ ਟਿਊਬ ਟੈਸਟ ਕਰਦੇ ਹਾਂ, ਟਿਊਬਾਂ ਬੰਦ ਹੋਣਗੀਆਂ, ਜੇ ਟਿਊਬ ਬੰਦ ਹੋਏਗੀ ਤਾਂ ਆਪਸ ਵਿੱਚ ਅੰਡਾ ਅਤੇ ਸ਼ੁਕਰਾਣੂ ਨਹੀਂ ਮਿਲ ਸਕਦਾ। ਜੇ ਅੰਡਾ ਅਤੇ ਸ਼ੁਕਰਾਣੂ ਨਹੀਂ ਮਿਲੇਗਾ ਪ੍ਰੈਗਨੈਂਸੀ ਨਹੀਂ ਠਹਿਰ ਸਕਦੀ। ਜੇ ਸਾਨੂੰ ਪਤਾ ਚੱਲ ਗਿਆ ਕਿ ਟਿਊਬ ਬੰਦ ਹੈ, ਫਿਰ ਅਸੀਂ ਲੈਪਰੋਸਕੋਪੀ ਜ਼ਰੀਏ ਪਹਿਲੇ ਟਿਊਬ ਖੋਲ੍ਹ ਦਿੰਦੇ ਹਾਂ। ਫਿਰ ਹਸਬੈਂਡ ਅਤੇ ਵਾਈਫ ਨੂੰ ਕਹਿੰਦੇ ਠੀਕ ਹੈ ਤੁਸੀਂ ਦੁਬਾਰਾ 6 ਮਹੀਨੇ ਟਰਾਈ ਕਰੋ, ਪ੍ਰੈਗਨੈਂਸੀ ਹੁੰਦੀ ਕਿ ਨਹੀਂ ਹੁੰਦੀ ਹੈ। ਆਮ ਤੌਰ 'ਤੇ ਪ੍ਰੈਗਨੈਂਸੀ ਹੋ ਜਾਂਦੀ ਹੈ ਜੇ ਟਿਊਬ ਬੰਦ ਹੋ। ਜੇ ਤਾਂ ਹੀ ਮੈਂ ਕਹਿ ਰਹੀ, ਜੇ ਟਿਊਬ ਖੁੱਲ੍ਹ ਜਾਏ, ਜੇ ਅੰਡੇ ਠੀਕ ਬਣਨ ਹੋ ਜਾਏ, ਜੇ ਸ਼ੁਕਰਾਣੂ ਠੀਕ ਹੋ ਜਾਣ, ਤਾਂ ਜ਼ਿਆਦਾਤਰ ਪ੍ਰੈਗਨੈਂਸੀ ਹੋ ਜਾਂਦੀ ਹੈ। ਜੇ ਇਹ ਸਾਰਾ ਟਰੀਟਮੈਂਟ ਸਾਡਾ ਫੇਲ ਹੋ ਜਾਏ, ਅਸੀਂ ਕੁਛ ਨਹੀਂ ਕਰ ਸਕਦੇ, 6 ਮਹੀਨੇ ਬਾਅਦ ਹੀ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਮੇਰਾ ਪ੍ਰੈਗਨੈਂਸੀ ਨਹੀਂ ਹੋ ਰਹੀ, ਫਿਰ ਅਸੀਂ IVF ਦੀ ਤਰਫ ਜਾਂਦੇ ਹਾਂ। ਮੈਮ ਜਿਵੇਂ ਤੁਸੀਂ ਦੱਸਿਆ ਸਾਰਾ ਪ੍ਰੋਸੀਜਰ ਐਗ ਅਤੇ ਸਪਰਮ ਦੇ ਉੱਤੇ ਹੀ ਬੇਸਡ ਹੁੰਦਾ, ਅਤੇ ਸਪਰਮ ਦੀ ਗੱਲ ਕਰੀਏ, ਸੀਮਨ ਜਿਹੜਾ ਹੁੰਦਾ ਇਹ ਕਿੱਥੋਂ ਆਉਂਦਾ ਅਤੇ ਇਹ ਹਸਬੈਂਡ ਵਾਈਫ ਹੈ ਉਹਨਾਂ ਦਾ ਹੀ ਹੁੰਦਾ ਐਗ ਵੀ ਅਤੇ ਸਪਰਮ ਵੀ, ਜਾਂ ਕਿਤੋਂ ਹੋਰੋਂ ਬਾਹਰੋਂ ਵੀ ਆ ਸਕਦਾ? ਤਾਂ ਇਹਦੇ ਲਈ ਕੀ ਹੁੰਦਾ ਜੀ? ਆਮ ਤੌਰ 'ਤੇ ਲੇਡੀਜ਼ ਦੇ ਐਗਸ ਬਣਦੇ ਰਹਿੰਦੇ ਹੈ। ਜਿਸ ਤਰ੍ਹਾਂ ਮੈਂਸਿਸ ਸ਼ੁਰੂ ਹੁੰਦੇ 11-12 ਸਾਲ 'ਤੇ ਅੰਡੇ ਬਣਦੇ ਸ਼ੁਰੂ ਹੋਣੇ ਜਾਂਦੇ, ਅਤੇ ਉਹ ਚੱਲਦੇ ਰਹਿੰਦੇ ਟਿਲ ਅਬਾਊਟ ਮੀਨੋਪੌਜ਼। ਪਰ ਅੱਜ ਕੱਲ੍ਹ ਅਸੀਂ ਇੰਡੀਆ 'ਚ ਵੀ ਦੇਖਿਆ ਅਤੇ ਬਾਹਰ ਵੀ ਦੇਸ਼ਾਂ 'ਚ ਦੇਖਿਆ ਕਿ ਅੰਡੇ ਜਲਦੀ ਖ਼ਤਮ ਹੋ ਜਾਂਦੇ। ਲੇਡੀ ਜਿਹੜੀ 30 ਸਾਲ ਦੀ ਹੈ, 35 ਸਾਲ ਦੀ ਹੈ, ਉਹਨਾਂ ਦੇ ਵੀ ਅੰਡੇ ਖ਼ਤਮ ਹੋ ਰਹੇ ਹੈ। ਇਹ ਕਿਉਂ ਖ਼ਤਮ ਹੋ ਰਹੇ ਸਾਨੂੰ ਇਹ ਨਹੀਂ ਪਤਾ, ਬਟ ਅਸੀਂ ਸੋਚ ਰਹੇ ਹੋ ਸਕਦਾ ਸਟ੍ਰੈਸ ਕਾਰਨ,
ਹੋ ਸਕਦਾ ਹੈ ਇਨਵਾਇਰਨਮੈਂਟ ਕਾਰਨ, ਅਸੀਂ ਨਹੀਂ ਇਨਸੈਕਟੀਸਾਈਡ ਪੈਸਟੀਸਾਈਡਸ ਵਗੈਰਾ ਸਾਡੇ ਆਸ-ਪਾਸ ਹੈ, ਉਸ ਦੇ ਕਾਰਨ ਵੀ ਹੋ ਸਕਦੇ ਅੰਡੇ ਖਤਮ ਹੋ ਰਹੇ। ਥਰਡ ਮੋਸਟ ਇੰਪੋਰਟੈਂਟ ਇਜ਼ ਕਿ ਲੇਡੀਜ਼ ਅੱਜ ਕੱਲ੍ਹ ਵਿਆਹ ਥੋੜ੍ਹਾ ਲੇਟ ਕਰਾ ਰਹੀ ਹੈ। ਮੈਰਿਜ ਏਜ 30 ਦੇ ਆਸ-ਪਾਸ ਹੋ ਰਹੀ ਹੈ, 28 ਤੋਂ ਲੈ ਕੇ 30 ਤੱਕ। ਫਿਰ ਲੇਡੀਜ਼ ਕਹਿੰਦੇ ਅਸੀਂ ਕੰਮ ਕਰਨਾ, 2 ਸਾਲ ਉੱਥੇ ਵੇਸਟ ਕਰੇ, ਅਸੀਂ ਫੈਮਿਲੀ ਇਸਟੈਬਲਿਸ਼ ਕਰਨਾ, ਅਤੇ 30 ਸਾਲ ਤੋਂ ਬਾਅਦ ਹੀ ਉਹ 'ਤੇ ਪਲੈਨਿੰਗ ਸ਼ੁਰੂ ਕਰਦੇ, ਉਸ ਤੋਂ ਡਿਲੇ ਹੁੰਦਾ ਰਹਿੰਦਾ। ਜਿਸ ਤਰ੍ਹਾਂ ਡਿਲੇ ਹੁੰਦਾ ਰਹੇਗਾ ਤੁਹਾਡੇ ਐਗਸ ਘੱਟ ਜਾਣਗੇ। ਜਿਸ ਤਰ੍ਹਾਂ ਫਰਜ਼ ਕਰੋ ਜਦ ਅਸੀਂ ਸ਼ੁਰੂ ਕਰਦੇ ਪ੍ਰੈਗਨੈਂਸੀ ਸਾਡੇ 500 ਅੰਡੇ ਹੋਣਗੇ ਲੇਡੀਜ਼ ਦੇ ਅੰਡੇਦਾਨੀ 'ਚ, ਹੌਲੀ ਹੌਲੀ ਓਵਰ ਦਾ ਟਾਈਮ ਸਾਡੇ ਅੰਡੇ ਘੱਟ ਜਾਣਗੇ। 35 ਸਾਲ ਤੋਂ ਬਾਅਦ ਅਬਾਊਟ 50% ਜਿਹੜੇ ਸਾਡੇ ਅੰਡੇ ਰਹਿ ਜਾਂਦੇ ਅਬਨੋਰਮਲ ਹੁੰਦੇ, ਮੀਨਸ ਉਹ ਬੱਚਾ ਕਰਨ ਲਾਇਕ ਨਹੀਂ ਹੈ, ਜਾਂ ਲੇਡੀ ਦੇ ਅਬੋਰਸ਼ਨ ਜ਼ਿਆਦਾ ਹੋ ਜਾਣਗੇ। ਤਾਂ ਹੀ ਅਬੋਰਸ਼ਨ ਜ਼ਿਆਦਾ ਹੋ ਰਹੇ, ਇੱਕ ਤਾਂ ਲੇਡੀ ਲੇਟ ਕਰਦੀਆਂ ਪ੍ਰੈਗਨੈਂਸੀ, ਲੇਟ ਕਰਨ ਤੋਂ ਬਾਅਦ 35 ਸਾਲ ਹੋ ਜਾਏਗੀ ਤਾਂ ਅੰਡੇ ਦੀ ਕੁਆਲਿਟੀ ਘੱਟ ਜਾਏਗੀ। ਇਹ ਲੇਡੀਜ਼ ਵੀ ਹੈਵ ਟੂ ਕਾਊਂਸਲ ਦੈਮ ਕਿ ਜੀ ਤੁਸੀਂ, ਇੱਕ ਤਾਂ ਹੈ ਕਿ ਜੇ ਤੁਸੀਂ ਵਿਆਹ ਕਰਾਉਣਾ ਪਲੀਜ਼ ਜਲਦੀ ਕਰੋ, ਜੇ ਪ੍ਰੈਗਨੈਂਸੀ ਕਰਨੀ ਜਲਦੀ ਕਰੋ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਕਾਊਂਸਲਿੰਗ ਕਹੀ ਜਾਂਦੀ ਹੈ ਕਿ ਜੀ ਠੀਕ ਹੈ ਤੁਹਾਡੇ ਅੰਡੇ ਦੀ ਕੁਆਲਿਟੀ ਘੱਟ ਜਾਏਗੀ। ਸੇਮ ਵੇ ਸੀਮਨ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ 50% ਸਾਨੂੰ ਪਤਾ ਹੈ ਕਿ ਮੇਲਸ ਦੀ ਪ੍ਰੋਬਲਮ ਹੈ, ਪਰ IVF ਇੱਕ ਇਸ ਤਰ੍ਹਾਂ ਜ਼ਰੀਆ ਹੈ ਕਿ ਜੇ ਮੇਰੇ ਕੋਲ 8-10 ਸ਼ੁਕਰਾਣੂ ਵੀ ਹੋਣ, ਠੀਕ ਹੈ, ਸਾਡੀ ਪ੍ਰੈਗਨੈਂਸੀ ਅਸੀਂ ਕਰਵਾ ਸਕਦੇ ਹਾਂ। ਐਗਸ ਇੱਕ ਅੰਡਾ ਜਾਂ 2 ਅੰਡੇ ਜਾਂ 3 ਅੰਡੇ ਮਿਲਦੇ ਹੈ, ਸਪਰਮਸ ਮਿਲੀਅਨਸ ਵਿੱਚ ਹੁੰਦੇ ਹੈ। ਅਸੀਂ 1 ml ਸੀਮਨ ਦਾ ਲੈਂਦੇ, ਉੱਥੇ ਅਸੀਂ ਕਹਿੰਦੇ 20 ਮਿਲੀਅਨ 30 ਮਿਲੀਅਨ 40% ਸਪਰਮਸ ਹੋ ਜਾਂਦੇ, ਤਾਂ ਦਿਸ ਇਜ਼ ਅ ਹਿਊਜ ਨੰਬਰ। ਪਰ ਸਪਰਮਸ ਦੀ ਪ੍ਰੋਬਲਮ ਹੈ ਅਸੀਂ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਦੇਖ ਨਹੀਂ ਸਕਦੇ, ਮੀਨਸ ਇੰਟਰਨਲ ਅਸੀਂ ਦੇਖ ਨਹੀਂ ਸਕਦੇ। ਸਪਰਮ ਦਾ ਅਸੀਂ ਕੀ ਦੇਖਦੇ, ਇੱਕ ਤਾਂ ਨੰਬਰ ਦੇਖਦੇ, ਉਹ ਵੀ ਅਪਰੋਕਸੀਮੇਟ ਹੋ ਜਾਂਦਾ। ਫਿਰ ਅਸੀਂ ਦੇਖਦੇ ਸਪਰਮ ਵਿੱਚ ਹਿਲਜੁਲ ਹੈ ਕਿ ਨਹੀਂ ਹੈ, ਉਹ ਚੱਲ ਰਹੇ, ਉਹਨੂੰ ਕਹਤੇ ਐਕਟੀਵਿਟੀ ਹੈ ਸਪਰਮਸ ਕੀ। ਕਈ ਵਾਰੀ ਹੁੰਦਾ 50% ਡੈਡ ਹੁੰਦੇ ਸਪਰਮਸ, ਠੀਕ ਹੈ 60 ਮਿਲੀਅਨ ਕਾਊਂਟ ਹੋ ਗਿਆ, ਪਰ 50% ਡੈਡ ਹੋ ਗਏ, ਕਿੰਨੇ ਰਹਿ ਗਏ 30 ਮਿਲੀਅਨ ਕਾਊਂਟ। ਉਸ ਤੋਂ ਜ਼ਿਆਦਾ ਫਿਰ ਅਸੀਂ ਟੈਸਟ ਕਰਦੇ ਸਪਰਮ ਦੇ ਉੱਪਰ ਕਿ ਉਹਨਾਂ ਦਾ ਸਾਈਜ਼ ਕੀ ਹੈ। ਉਹਨਾਂ ਦਾ ਸਪਰਮ ਦੇ 3 ਪਾਰਟ ਹੁੰਦੇ, ਇੱਕ ਹੈਡ, ਇੱਕ ਨੈਕ ਅਤੇ ਇੱਕ ਟੇਲ ਹੁੰਦੀ ਹੈ, ਠੀਕ ਹੈ। 3 ਪਾਰਟ ਠੀਕ ਹੋਣੇ ਚਾਹੀਦੇ। ਜੇ ਕੋਈ ਵੀ ਡਿਫੈਕਟ ਹੋ ਅਸੀਂ ਕਹਿੰਦੇ ਡਿਫੈਕਟਡ ਸਪਰਮ ਹੈ, ਫਿਰ ਅਸੀਂ ਉਹ ਵੀ ਸਾਈਡ 'ਤੇ ਕਰ ਦਿੰਦੇ। ਤਾਂ IVF ਦੇ ਜ਼ਰੀਏ ਅਸੀਂ ਸਪਰਮ ਥੋੜ੍ਹਾ ਜਿਹਾ ਦੇਖ ਲੈਂਦੇ ਕਿ ਜਿਹੜਾ ਐਕਟਿਵ ਸਪਰਮ ਹੈ, ਜਿਹੜਾ ਸਾਨੂੰ ਨੋਰਮਲ ਲੱਗ ਰਿਹਾ ਹੈ, ਉਹ ਅਸੀਂ ਸਿਲੈਕਟ ਕਰਕੇ ਅੰਦਰ ਪਾ ਸਕਦੇ ਹਾਂ। ਮੈਮ ਜਿਵੇਂ ਸਕਸੈਸ ਰੇਟ ਬਾਰੇ ਤੁਸੀਂ ਦੱਸਿਆ, ਕੇਸਿਸ ਦੀ ਗੱਲ ਕੀਤੀ ਜਾਵੇ, ਇਹਦਾ ਕੀ ਡਾਟਾ ਹੈ? ਪੰਜਾਬ 'ਚ ਗੱਲ ਕੀਤੀ ਜਾਵੇ ਕਿੰਨੇ ਕੁ ਕੇਸਿਸ ਹੁੰਦੇ ਆ ਜਿਹੜੇ IVF ਦੇ ਨਾਲ ਹੁੰਦੇ ਆ, ਅਤੇ ਕਦੋਂ ਸ਼ੁਰੂ, ਚਲੋ ਤੁਸੀਂ ਦੱਸਿਆ ਹੀ ਹੈ, ਕਿੰਨੇ ਪੰਜਾਬ ਦਾ ਕੋਈ ਹੋਵੇ ਜਾਂ ਓਵਰਆਲ ਇੰਡੀਆ ਦਾ ਹੋਵੇ, ਕਿੰਨੇ ਕੇਸਿਸ ਹੁੰਦੇ ਆ, ਅਤੇ ਸੈਂਟਰਸ ਅਪਰੋਕਸੀਮੇਟਲੀ ਕਿੰਨੇ ਕਿੰਨੇ? ਇੰਡੀਆ ਵਿੱਚ ਇੱਕ ਚੀਜ਼ ਹੈ ਕਿ ਡੇਟਾ ਲੈਕਿੰਗ ਹੈ, ਬਟ ਹੁਣ ਸਾਡਾ ART ਲਾਅ ਆ ਗਿਆ ਹੈ, 25 ਜਨਵਰੀ ਨੂੰ ਸਾਡਾ ਲਾਅ ਲਾਗੂ ਹੈ, ਅਤੇ ਵੀ ਆਰ ਜਿਹੜੇ ਸਾਡੇ ਸੈਂਟਰਸ ਹੈ, ਵੀ ਆਰ ਵੈਰੀ ਹੈਪੀ ਕਿ ਹੁਣ ਇੱਕ ਬੋਡੀ ਹੋਏਗੀ ਸਾਨੂੰ ਰੈਗੂਲੇਟ ਕਰਨ ਲਈ। ਬਹੁਤ ਸਾਲਾਂ ਤੋਂ ਚੱਲ ਰਿਹਾ ਸੀ ਕਿ ਅਸੀਂ ਪਤਾ ਨਹੀਂ ਕਿਹਨੂੰ ਪੁੱਛੀਏ, ਸਵਾਲ ਕਿਹਨੂੰ ਪੁੱਛੀਏ, ਕੌਣ ਸਾਡੀ ਚੈਕਿੰਗ ਕਰੇਗਾ, ਕੀ ਕਰੇਗਾ, ਬਟ ਹੁਣ ਜੇ ਲਾਅ ਬਣ ਗਿਆ ਸਭ ਕੁਝ ਠੀਕ ਤਰ੍ਹਾਂ ਚੱਲਣ ਸ਼ੁਰੂ ਹੋ ਜਾਏਗਾ। ਜੇ ਤੁਸੀਂ ਸੈਂਟਰਸ ਦੀ ਗੱਲ ਕਰੋ, ਅਪਰੋਕਸੀਮੇਟ ਹੈ ਕਿਉਂਕਿ ਸਾਡੇ ਕੋਲ ਡੇਟਾ ਹੈ ਨਹੀਂ, ਪਰ ਹੋ ਸਕਦਾ 1800 ਤੋਂ 2000 ਲਗਭਗ ਸੈਂਟਰਸ ਹੈ ਪੂਰੇ ਇੰਡੀਆ 'ਚ, ਠੀਕ ਹੈ, ਜਿਹੜੇ ਥੋੜ੍ਹੇ ਕੰਮ ਕਰ ਰਹੇ ਹੈ, ਠੀਕ ਹੈ। ਅਤੇ ਉਸਦੇ ਅੰਦਰ ਕਿੰਨੇ ਸਾਈਕਲਸ ਹੁੰਦੇ, ਇਟ ਇਜ਼ ਜਸਟ ਅਪਰੋਕਸੀਮੇਟ, ਮੈਂ ਕਹਿ ਨਹੀਂ ਸਕਦੀ ਹਰ ਇੱਕ ਸੈਂਟਰ ਦੇ 15 20 5 50 ਹਰ ਇੱਕ ਸੈਂਟਰ ਦੀ ਅਲੱਗ ਹੈ, ਤਾਂ ਮੈਂ ਇਹ ਨਹੀਂ ਕਹਿ ਸਕਦੀ। ਕੇਸਿਸ ਦਾ ਵੀ ਕੋਈ ਰਫ ਆਈਡੀਆ ਵੀ ਇੰਡੀਆ ਦੇ ਵਿੱਚ ਹੀ ਜੇ ਹੋਵੇ ਵੀ ਇੱਕ ਸਾਲ ਦੇ ਵਿੱਚ ਕਿੰਨੇ ਕੇਸਿਸ ਜਿਹੜੇ ਨੇ ਉਹ ਇਸ ਮੈਥਡ ਨਾਲ ਹੁੰਦੇ? ਅਪਰੋਕਸੀਮੇਟਲੀ ਨਹੀਂ, ਆਈ ਡੋਂਟ ਵਾਂਟ ਟੂ ਆਨਸਰ ਦਿਸ ਕੁਐਸਚਨ ਕਿਉਂਕਿ ਡੇਟਾ ਹੈ ਨਹੀਂ ਸਾਡੇ ਕੋਲ। ਅਤੇ ਮੈਮ ਜਿਵੇਂ ਚਲੋ ਸਾਰਾ ਕੁਝ ਠੀਕ ਹੋ ਜਾਂਦਾ ਹੈ, ਬਰਥ ਹੁੰਦਾ ਬੇਬੀ ਦਾ, ਉਸ ਤੋਂ ਬਾਅਦ ਸਰਵਾਈਵਲ ਜਿਹੜਾ ਹੈਗਾ ਉਹਦੇ 'ਚ ਚਾਂਸਿਸ ਪੂਰੇ ਹੁੰਦੇ ਆ ਜਾਂ ਕਿਵੇਂ ਹੁੰਦੇ ਆ, ਅਤੇ ਕੋਈ ਹੋਰ ਐਬਨੋਰਮੈਲਿਟੀ ਦੇ ਚਾਂਸਿਸ ਹੁੰਦੇ ਨਹੀਂ, ਉਹਦੇ ਤੋਂ ਕਿਵੇਂ ਪਤਾ ਲੱਗਦਾ ਜੀ? IVF ਪ੍ਰੈਗਨੈਂਸੀ ਬਿਲਕੁਲ ਸੇਮ ਹੈ ਲਾਈਕ ਨੋਰਮਲ ਪ੍ਰੈਗਨੈਂਸੀ। ਇਹ ਨਾ ਸੋਚੋ ਕਿ IVF ਵਿੱਚ ਥੋੜ੍ਹਾ ਰਿਸਕ ਹੈ। ਪੇਸ਼ੈਂਟਸ ਕਹਿੰਦੇ ਜੀ IVF ਨਹੀਂ ਕਰਾਉਣਾ ਕਿਉਂਕਿ ਆਰਟੀਫਿਸ਼ਲ ਹੈ, ਬਿਲਕੁਲ ਨੋਰਮਲ ਟੈਕਨੀਕ ਹੈ। ਸੈਕਿੰਡ, ਅਸੀਂ IVF ਨਹੀਂ ਕਰਾਉਣਾ ਕਿਉਂਕਿ ਸਾਨੂੰ ਬੈੱਡ ਰੈਸਟ ਦੀ ਲੋੜ ਹੈ, ਬਿਲਕੁਲ ਬੈੱਡ ਰੈਸਟ ਦੀ ਜ਼ਰੂਰਤ ਨਹੀਂ ਹੈ। ਕਹਿੰਦੇ IVF ਪ੍ਰੈਗਨੈਂਸੀ ਬਲੀਡਿੰਗ ਹੁੰਦੀ, ਉਹ ਵੀ ਨਹੀਂ ਹੁੰਦੀ, ਠੀਕ ਹੈ। ਤਾਂ IVF ਜਿਸ ਤਰ੍ਹਾਂ ਨੋਰਮਲ ਪ੍ਰੈਗਨੈਂਸੀ ਵੱਧਦੀ, ਇਸ ਤਰ੍ਹਾਂ IVF ਪ੍ਰੈਗਨੈਂਸੀ ਵੱਧਦੀ। ਹਾਂ,
2-3 ਮਹੀਨੇ ਹੋ ਸਕਦਾ ਦੇਖ ਰੇਖ ਜ਼ਿਆਦਾ ਹੋ, ਅਸੀਂ ਬਾਰ-ਬਾਰ ਪੇਸ਼ੈਂਟ ਨੂੰ ਬੁਲਾਉਂਦੇ, ਉਹ ਸਾਡੀ ਵੀ ਐਂਗਜ਼ਾਇਟੀ ਹੈ ਤੇ ਪੇਸ਼ੈਂਟ ਦੀ ਵੀ ਸੈਟੀਸਫੈਕਸ਼ਨ ਲੈਵਲ ਹੈ ਕਿ ਚਲੋ ਡਾਕਟਰ ਸਾਹਿਬ ਦੇਖ ਰਹੇ ਹੈ ਕਿ ਨਹੀਂ, ਤੇ ਥੋੜੀ ਜਿਹੀ ਦਵਾਈ ਥੋੜੀ ਐਕਸਟਰਾ ਜਾਂਦੀ ਹੈ 2 ਮਹੀਨੇ ਲਈ, ਠੀਕ ਹੈ। ਬੱਚੇ ਲਈ ਵੀ ਸੇਮ ਹੁੰਦਾ ਜੀ, ਬੱਚੇ ਦੀ ਵੀ ਐਕਸਟਰਾ ਕੇਅਰ ਹੁੰਦੀ ਹੈ ਇਹਦੇ 'ਚ? ਨਹੀਂ, ਬੱਚੇ 'ਚ ਨਾ ਅਸੀਂ ਇਸ ਤਰ੍ਹਾਂ ਹੈ ਕਿ ਆਈਵੀਐਫ ਵਿੱਚ ਕਈ ਵਾਰੀ ਹੁੰਦਾ ਕਿ ਟਵਿਨਸ ਹੋ ਜਾਂਦੇ, ਟਵਿਨਸ ਦਾ ਰੇਟ ਥੋੜਾ ਜਿਹਾ ਡਬਲ ਹੈ ਆਈਵੀਐਫ ਵਿੱਚ, ਕਿਉਂਕਿ ਇੰਡੀਆ 'ਚ ਹਾਲੇ ਲਾਅ ਨਹੀਂ ਆਇਆ, ਅਸੀਂ ਕਈ ਵਾਰੀ 2-2 ਐਮਬ੍ਰੀਓ ਵੀ ਪਾ ਦਿੰਦੇ, ਜਿਸ ਤਰ੍ਹਾਂ ਕਈ ਕੰਟਰੀਜ਼ ਵਿੱਚ ਬਾਹਰ ਹੈ ਕਿ ਇੱਕੋ ਹੀ ਅੰਡਾ ਪੇਸ਼ੈਂਟ ਨੂੰ ਚਾਹੀਦੇ ਹੀ ਨਹੀਂ 2 ਬੱਚੇ। ਇੰਡੀਆ ਅਸੀਂ ਕਹਿੰਦੇ ਪੇਸ਼ੈਂਟ ਆਪ ਹੀ ਕਹਿੰਦਾ ਡਾਕਟਰ ਸਾਹਿਬ ਟਵਿਨਸ ਹੋ ਜਾਣ, ਚਲੋ ਦੁਬਾਰਾ ਨਹੀਂ ਕਰਾਉਣਾ ਪਏਗਾ, ਠੀਕ ਹੈ। ਅੱਛਾ, ਜੇ ਟਵਿਨਸ ਅਸੀਂ ਪਾਤੇ, 2 ਅੰਡੇ ਪਾਤੇ, ਦੋਨੋਂ ਜੇ ਪਿਕਅਪ ਹੋ ਗਏ, ਟਵਿਨਸ ਹੋ ਗਏ, ਤੇ ਟਵਿਨਸ ਪ੍ਰੈਗਨੈਂਸੀ ਦਾ ਆਪਣੇ ਹੀ ਥੋੜਾ ਜਿਹਾ ਰਿਸਕ ਹੈ, ਠੀਕ ਹੈ। ਨੋਰਮਲ ਸਿੰਗਲ ਪ੍ਰੈਗਨੈਂਸੀ ਜੇ ਟਵਿਨ ਪ੍ਰੈਗਨੈਂਸੀ ਵੱਧ ਜਾਏਗੀ, ਹੋ ਸਕਦਾ ਥੋੜੀ ਕਦੀ ਬਲੀਡਿੰਗ ਹੋ ਗਈ, ਇੱਕ ਆ ਟਵਿਨ ਦੀ ਗਰੋਥ ਘੱਟ ਹੋ ਗਈ। ਜੇ ਟਵਿਨਸ ਥੋੜੇ ਜਲਦੀ ਹੋ ਜਾਂਦੇ, ਜਿਸ ਤਰ੍ਹਾਂ ਹਾਲ ਹੀ ਕੱਲ੍ਹ ਹੀ ਟਵਿਨ ਥੋੜਾ ਜਲਦੀ ਹੋ ਗਿਆ, 28 ਹਫ਼ਤੇ ਤੇ ਟਵਿਨ ਪ੍ਰੈਗਨੈਂਸੀ ਹੋ ਗਈ ਸਾਡੀ ਕੱਲ੍ਹ ਆਈਵੀਐਫ ਦੇ ਜ਼ਰੀਏ, ਜੇ ਹੋ ਗਈ ਤਾਂ ਵੀ ਹੈਵ ਟੂ ਮੈਨੇਜ ਇਟ। ਮੈਨੇਜ ਅਸੀਂ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਬੈਕਅਪ ਹੈ, ਨਿੱਕੂ ਬੈਕਅਪ ਬਹੁਤ ਵਧੀਆ ਹੈ, ਅਸੀਂ ਪ੍ਰੀ ਮੈਚੁਰ ਬੇਬੀਜ਼ ਲੈ ਸਕਦੇ ਹਾਂ, 500-600 ਗ੍ਰਾਮ ਵਾਲੇ ਬੱਚੇ ਵੀ ਅਸੀਂ ਰੱਖੇ ਆ ਇੱਥੇ, ਠੀਕ ਹੈ। ਉਹਨਾਂ ਦੀ ਸਕਸੈਸ, ਉਹਨਾਂ ਦੀ ਸਟੋਰੀਜ਼ ਤੇ ਤੁਸੀਂ ਦੇਖਿਆ ਹੋਏਗੇ। ਸੋ ਨਿੱਕੂ ਬੈਕਅਪ ਆਈਵੀਐਫ ਸੈਂਟਰ ਲਈ ਬਹੁਤ ਹੀ ਜ਼ਰੂਰੀ ਹੈ, ਬਿਕੋਜ਼ ਇਹ ਪ੍ਰੀਮੈਚੁਰ ਬੇਬੀਜ਼ ਨਾਲ ਵੀ ਡੀਲ ਕਰਦੇ, ਨਾਟ ਬਿਕੋਜ਼ ਆਫ ਆਈਵੀਐਫ ਕਰਕੇ ਨਹੀਂ, ਟੈਕਨੀਕ ਕਰਕੇ ਨਹੀਂ ਹੈ, ਬਟ ਕਿਉਂਕਿ ਟਵਿਨ ਦਾ ਰੇਟ ਥੋੜਾ ਡਬਲ ਹੈ ਦੈਨ ਦ ਨੋਰਮਲ ਪੋਪੂਲੇਸ਼ਨ, ਠੀਕ ਹੈ। ਸੈਕਿੰਡ ਇਜ਼ ਜਿਹੜੇ ਮਦਰਸ ਟ੍ਰੀਟਮੈਂਟ ਲੈਂਦੇ ਹੈ ਉਹ ਥੋੜੇ ਐਲਡਰਲੀ ਹੁੰਦੇ, 35 ਤੋਂ ਉੱਪਰ ਹੁੰਦੇ, ਕੋਈ ਯੰਗ ਪੇਸ਼ੈਂਟ ਤਾਂ ਆਏਗਾ ਹੀ ਨਹੀਂ ਆਈਵੀਐਫ ਲਈ, ਉਹ ਟਰਾਈ ਕਰੇਗਾ, 35 ਸਾਲ 36 ਸਾਲ ਹੋ ਜਾਏਗੀ ਫਿਰ ਡਾਕਟਰ ਕੋਲ ਆਏਗਾ। ਜਿਸ ਤਰ੍ਹਾਂ ਡਾਕਟਰ ਕੋਲ ਆਉਂਦੇ ਹੈ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੋ ਸਕਦਾ, ਉਹਨਾਂ ਨੂੰ ਸ਼ੂਗਰ ਵੀ ਹੋ ਸਕਦੀ ਹੈ, ਉਹਨਾਂ ਨੂੰ ਰਸੌਲੀਆਂ ਵੀ ਹੋ ਸਕਦੀਆਂ, ਮਲਟੀਪਲ ਪ੍ਰੋਬਲਮਸ ਹੁੰਦੀਆਂ ਨਾਲ। ਜੇ ਮਲਟੀਪਲ ਪ੍ਰੋਬਲਮਸ ਹੋਏਗੀ ਉਹ ਆਪਣੇ ਆਪ ਹਾਈ ਰਿਸਕ ਕੇਸ ਬਣ ਜਾਏਗਾ, ਉਹ ਹਾਈ ਰਿਸਕ ਕੇਸ ਬਣ ਜਾਏਗਾ ਤੇ ਇਟ ਇਜ਼ ਪ੍ਰੋਬਲਮ ਫॉर द ਮਦਰ ਵੀ ਤੇ ਬੱਚੇ ਲਈ, ਤਾਂ ਦੈਟ ਇਜ਼ ਕਾਲਡ ਅ ਹਾਈ ਰਿਸਕ ਪ੍ਰੈਗਨੈਂਸੀ। ਤਾਂ ਹਾਈ ਰਿਸਕ ਬੇਬੀ ਵੀ ਅਸੀਂ ਕਹਿੰਦੇ ਉਹਨੂੰ, ਹਾਈ ਰਿਸਕ ਮਦਰ ਵੀ ਕਹਿੰਦੇ ਉਹਨੂੰ। ਤੇ ਮੈਮ ਜੇ ਗੱਲ ਕੀਤੀ ਜਾਵੇ ਕੰਜੈਨੀਟਲ ਡਿਫਾਰਮਿਟੀ ਦੀ, ਉਹਦੇ ਵੀ ਕੋਈ ਹੁੰਦੀ ਹੈ ਜੀ ਨਿਊ ਬੋਰਨ ਬੇਬੀ 'ਚ ਕੋਈ ਚਾਂਸਸ ਵਗੈਰਾ? ਨਹੀਂ, ਇਹ ਕਾਫੀ ਜ਼ਿਆਦਾ ਸਟੱਡੀਜ਼ ਇਸਟੈਬਲਿਸ਼ਡ ਹੋਈ ਹੈ, ਬਾਹਰ ਦੀ ਸਟੱਡੀਜ਼ ਹੈ ਕਾਫੀ ਜ਼ਿਆਦਾ, ਜਿੱਥੇ ਕਹਿ ਰਹੇ ਕਿ ਕੰਜੈਂਟਲ ਡਿਫੈਕਟਸ 1% ਹੈ, 1 to 1.2% ਆਫ ਦ ਬੇਬੀਜ਼ ਨੂੰ ਕੰਜੈਂਟਲ ਡਿਫੈਕਟ ਹੈ, ਤੇ ਆਈਵੀਐਫ ਬੇਬੀਜ਼ ਦਾ 1.5 ਹੈ, ਤੇ ਇੰਨਾ ਜ਼ਿਆਦਾ ਫਰਕ ਹੈ ਨਹੀਂ। ਤੇ ਅਸੀਂ ਇਹ ਸਟੱਡੀਜ਼ ਨੂੰ ਕਰ ਰਹੇ ਹਾਂ, ਲੋਕ ਸਾਡੀ ਵੀ ਸਟੱਡੀ ਕਰੀ ਜਾ ਰਹੇ, ਅਸੀਂ ਵੀ ਸਟੱਡੀ ਕਰੀ ਜਾ ਰਹੇ, ਬਟ ਮੇਨ ਜਿਹੜੇ ਆਈਵੀਐਫ ਬੇਬੀਜ਼ ਦੀ ਹੈ ਟਵਿਨਸ ਜਾਂ ਮਲਟੀਪਲ ਪ੍ਰੈਗਨੈਂਸੀਜ਼। ਹੁਣ ਜਿਹੜੀ ਗਵਰਨਮੈਂਟ ਰਿਸਟ੍ਰਿਕਟ ਕਰ ਰਹੀ ਹੈ ਨੰਬਰ ਆਫ ਪ੍ਰੈਗਨੈਂਸੀ, ਪਹਿਲੇ ਅਸੀਂ ਸ਼ੋਰ ਪਾਉਂਦੇ ਸੀ 3-3 ਬੱਚੇ ਕਰ ਲਏ, ਪੇਪਰ ਵਿੱਚ ਫੋਟੋ ਆਉਂਦੇ ਸੀ 4-4 ਬੱਚੇ ਹੋ ਗਏ, ਬਟ ਦੈਟ ਇਜ਼ ਨਾਟ ਰਾਈਟ, ਕਿਉਂ ਹਰ ਇੱਕ ਬੱਚੇ ਦੀ ਸਰਵਾਈਵਲ ਘੱਟ ਜਾਂਦੀ ਹੈ, ਠੀਕ ਹੈ। ਬਟ ਐਜ਼ ਅ ਰਿਜ਼ਲਟ ਕੰਜੈਂਟਲ ਮੈਲਫੋਰਮੇਸ਼ਨਸ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ ਨੋਰਮਲ ਪ੍ਰੈਗਨੈਂਸੀ ਅਤੇ ਆਈਵੀਐਫ ਪ੍ਰੈਗਨੈਂਸੀ 'ਚ। ਮੈਮ ਕਿਸੇ ਵੀ ਟਰੀਟਮੈਂਟ ਵੱਲ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਕਾਸਟ ਜਿਹੜੀ ਹੁੰਦੀ ਹੈ ਉਹਦੀ ਉਹ ਦਿਮਾਗ 'ਚ ਆਉਂਦੀ ਹੈ ਕਿਸੇ ਵੀ ਪੇਸ਼ੈਂਟ ਦੇ, ਤੇ ਆਈਵੀਐਫ ਦੀ ਗੱਲ ਕਰੀਏ ਇਹਦੀ ਕਾਸਟ ਕਿਸ ਹਿਸਾਬ ਦੀ ਹੁੰਦੀ ਹੈ, ਕਿੰਨਾ ਕੁ ਮਹਿੰਗਾ ਪੈਂਦਾ ਹੈ ਜਾਂ ਆਮ ਨਾਲੋਂ ਇਹ, ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਮੇਰੇ ਹਿਸਾਬ ਨਾਲ ਆਈਵੀਐਫ ਪ੍ਰੈਗਨੈਂਸੀ ਬਿਲਕੁਲ ਮਹਿੰਗੀ ਨਹੀਂ ਹੈ ਅੱਜ ਕੱਲ੍ਹ ਦੇ ਜ਼ਮਾਨੇ, ਸਪੈਸ਼ਲੀ ਅੱਜ ਕੱਲ੍ਹ ਦੇ ਜ਼ਮਾਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਰੇਟਸ ਵਗੈਰਾ ਹਰ ਇੱਕ ਚੀਜ਼ ਦੇ ਵੱਧ ਰਹੇ ਹੈ। ਜਿਹੜੇ ਸਾਡੇ ਇੰਜੈਕਸ਼ਨ ਕਾਸਟ ਹੈ ਉਹ ਅਰਾਊਂਡ ਅਬਾਊਟ 50-60,000 ਦੇ ਇੰਜੈਕਸ਼ਨਸ ਲੱਗਦੇ ਹੈ, ਉਹ ਤਾਂ ਲੱਗਣਗੇ। ਫਿਰ ਅਸੀਂ ਲੈਬ ਚਾਰਜਸ ਲੈਂਦੇ ਹਾਂ, ਦੈਟ ਇਜ਼ ਅਰਾਊਂਡ ਅਬਾਊਟ 80,000। ਬਾਕੀ ਥੋੜ੍ਹੇ ਜਿਹੇ ਲੈਬ ਚਾਰਜਸ ਹੋ ਗਏ, ਜਿਹੜੇ ਬਲੱਡ ਟੈਸਟ ਕਰਾਉਣੇ, ਕੋਈ ਹੋਰ ਸਰਜਰੀ ਕਰਾਉਣੀ ਹੈ ਉਸ ਤੋਂ ਪਹਿਲੇ ਜੇ ਹਿਸਟੋਸਕੋਪੀ ਦੀ ਨੌਬਤ ਆ ਜਾਏ, ਜਿਸ ਤਰ੍ਹਾਂ ਦੂਰਬੀਨ ਪਾ ਕੇ ਬੱਚੇਦਾਨੀ ਥੋੜ੍ਹੀ ਗੱਠ ਹੋ ਅਸੀਂ ਰਿਮੂਵ ਕਰ ਦਿੰਦੇ, ਜਾਂ ਕੋਈ ਟਿਊਬਾਂ 'ਚ ਪ੍ਰੋਬਲਮ ਹੋ, ਟਿਊਬ ਵਿੱਚ ਸੋਜਿਸ਼ ਹੈ, ਉਹ ਅਸੀਂ ਲੈਪਰੋਸਕੋਪੀ ਕਰਦੇ ਹਾਂ। ਸੋ ਬੇਸਿਕਲੀ ਆਈਵੀਐਫ ਕਾਸਟਲੀ ਹੈ ਹੀ ਨਹੀਂ, ਇਹ ਵਹਿਮ ਹੈ ਲੋਕਾਂ ਨੂੰ ਕਿ ਆਈਵੀਐਫ ਕਾਸਟਲੀ ਹੈ, ਪਰ ਲੋਕਾਂ ਨੂੰ ਇਹ ਜਾਗਰੂਕਤਾ ਦੇਣੀ ਹੈ ਕਿ ਆਈਵੀਐਫ ਬੜਾ ਸਾਇੰਟੀਫਿਕ ਪ੍ਰੋਸੀਜਰ ਹੈ। ਆਈਵੀਐਫ ਵਿੱਚ ਸਾਨੂੰ ਡਾਕਟਰ ਨੂੰ ਸਪੈਸ਼ਲੀ ਹਰ ਇੱਕ ਸਟੈਪ ਦਾ ਪਤਾ ਚੱਲ ਜਾਂਦਾ ਹੈ, ਅਤੇ ਆਈਵੀਐਫ ਜੇ ਪੇਸ਼ੈਂਟ ਲੱਗ ਜਾਂਦਾ ਨਾ ਸਾਡੇ ਨਾਲ ਜੁੜ ਜਾਂਦਾ ਆਈਵੀਐਫ ਟਰੀਟਮੈਂਟ, ਉਹਨੂੰ ਹਰ ਇੱਕ ਸਟੈਪ ਦਾ ਪਤਾ ਚੱਲ ਜਾਏਗਾ। ਹਾਂਜੀ ਆ ਡਾਕਟਰ ਸਾਹਿਬ ਨੇ ਅੰਡੇ ਦੇਖਣ ਲਈ ਬੁਲਾਇਆ, ਹੁਣ ਅੰਡੇ ਮੇਰੇ ਮਿਲ ਗਏ, ਫਿਰ ਸਾਡੇ ਕੋਲ ਬੈਠਦੇ ਹਾਂਜੀ ਅੰਡੇ ਕਿੰਨੇ ਮਿਲੇ ਸਾਡੇ ਕੋਲ, ਕਿਹੜੇ ਅੱਛੇ ਸੀ, ਕਿਹੜੇ ਏ ਗ੍ਰੇਡ ਸੀ, ਕਿਹੜੇ ਬੀ ਗ੍ਰੇਡ ਸੀ, ਉਹ ਵੀ ਸਾਨੂੰ ਪਤਾ ਚੱਲ ਜਾਂਦਾ, ਸ਼ੁਕਰਾਣੂ ਕਿੰਨੇ ਸੀ। ਅਤੇ ਅਸੀਂ ਡਿਊਰਿੰਗ ਦਾ ਟਰੀਟਮੈਂਟ ਪ੍ਰੋਟੋਕੋਲ ਅਸੀਂ ਕਈ ਵਾਰੀ ਹੁੰਦੇ ਕਿ ਜੈਂਟਸ ਦੇ ਸ਼ੁਕਰਾਣੂ ਅੱਛੇ ਨਹੀਂ ਹੁੰਦੇ, ਇੱਕ ਨੰਬਰ, ਸੈਕਿੰਡ ਇਜ਼ ਉਹ ਸ਼ੁਕਰਾਣੂ ਦੇ ਹੀ ਨਹੀਂ ਸਕਦੇ, ਇੰਨਾ ਸਟ੍ਰੈਸ ਹੁੰਦਾ ਆਈਵੀਐਫ ਦੇ ਟਰੀਟਮੈਂਟ ਦੇ ਦੌਰਾਨ ਕਿ ਉਹ ਕਹਿੰਦੇ ਜੀ ਮੈਨੂੰ ਸ਼ੁਕਰਾਣੂ ਦੇ ਹੀ ਨਹੀਂ ਸਕਦਾ, ਸੀਮਨ ਨਹੀਂ ਆ ਰਿਹਾ।
ਤੇ ਉਸ ਦੌਰਾਨ ਅਸੀਂ ਪਹਿਲੇ ਹੀ ਸੀਮਨ ਫਰੀਜ਼ ਕਰ ਦਿੰਦੇ ਹਾਂ। ਬਸ ਸਮਝ ਲਓ 6 ਮਹੀਨੇ ਪਹਿਲੇ ਜਾਂ 1 ਮਹੀਨੇ ਪਹਿਲੇ ਅਸੀਂ ਸੀਮਨ ਫਰੀਜ਼ ਕਰਕੇ ਰੱਖ ਦਿੰਦੇ ਹਾਂ, ਫਿਰ ਅਸੀਂ IVF ਉਸਦਾ ਵੀ ਕਰ ਸਕਦੇ ਹਾਂ। ਤਾਂ ਸੀਮਨ ਫਰੀਜ਼ਿੰਗ ਜਦ ਤੋਂ ਸ਼ੁਰੂ ਹੋਇਆ ਹੈ ਬਹੁਤ ਬਹੁਤ ਇੰਪਰੂਵਮੈਂਟ ਆ ਗਈ। ਹਸਬੈਂਡਸ ਆਰ ਰਿਲੈਕਸ, ਇਹ ਨਹੀਂ ਕਿ ਉਸ ਦਿਨ ਮੈਨੂੰ ਸੀਮਨ ਦੇਣਾ ਪਏਗਾ। ਠੀਕ ਹੈ। ਦੂਸਰੀ ਗੱਲ ਤੁਸੀਂ ਪੁੱਛਿਆ ਸੀ ਅਬਾਊਟ ਡੋਨਰ ਐਗਸ ਜਾਂ ਡੋਨਰ ਸਪਰਮਸ। ਜ਼ਿਆਦਾਤਰ ਅਸੀਂ ਸੈਲਫ ਤੇ ਸੈਲਫ ਕਰਦੇ ਹਾਂ, ਮਤਲਬ ਸੈਲਫ ਐਗਸ ਤੇ ਸੈਲਫ ਸਪਰਮਸ। ਬਟ ਜੇ ਪੇਸ਼ੈਂਟ ਹੀ ਇਸ ਤਰ੍ਹਾਂ ਆ ਜਾਏ ਜਿਸ ਦੇ ਅੰਡੇ ਖਤਮ ਹੋ ਗਏ, ਹੁਣ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ 30 ਸਾਲ ਤੇ ਵੀ ਕਈਆਂ ਦੇ ਚਾਂਸਿਸ ਘੱਟ ਜਾਂਦੇ, ਅੰਡੇ ਹੀ ਹੈ ਨਹੀਂ, ਹੁਣ ਕੀ ਕਰ ਸਾਨੂੰ ਅੰਡੇ ਲੈਣੇ ਪੈਂਦੇ। ਦੈਟ ਇਜ਼ ਫਰੋਮ ਡੋਨਰਸ। ਉਹ ਡੋਨਰ ਹੁੰਦੇ ਲੇਡੀਜ਼ ਹੁੰਦੀ ਜੇ ਆਰ ਵਿਲਿੰਗ ਟੂ ਡੋਨੇਟ ਐਗਸ। ਸਪਰਮਸ ਵੀ ਹੁੰਦੇ ਆ, ਦੇ ਆਰ ਵਿਲਿੰਗ ਟੂ ਡੋਨੇਟ ਸਪਰਮਸ, ਪਰ ਦੋਨਾਂ ਦੇ ਟੈਸਟਿੰਗ ਹੁੰਦੀ ਹੈ। ਹੁਣ ਅਸੀਂ ਨੈਸ਼ਨਲ ਡੇਟਾਬੇਸ ਬਣ ਜਾਏਗਾ ਕਿ ਫਲਾਨੀ, ਜਿਸ ਤਰ੍ਹਾਂ ਇੱਕ ਪੇਸ਼ੈਂਟ ਹੈ ਸੀਤਾ, ਉਹਨਾਂ ਨੇ ਆ ਕੇ ਡੋਨੇਟ ਕੀਤਾ ਸਾਡੇ ਬੇਦੀ ਹਸਪੀਟਲ, ਉਹ ਹੁਣ ਸੀਤਾ ਦੂਸਰੇ ਹਸਪੀਟਲ ਨਹੀਂ ਜਾ ਸਕਦੀ ਐਗਸ ਡੋਨੇਟ ਕਰਨ ਲਈ। ਪਹਿਲੇ ਹੋ ਰਿਹਾ ਸੀ ਬਹੁਤ, ਇਟ ਵਾਜ਼ ਐਵਰੀਵੇਅਰ ਕਿ ਸੀਤਾ ਇੱਥੇ ਵੀ ਆਈ, ਸੀਤਾ ਅਗਲੇ ਦਿਨ ਪੰਜਾਬ ਚਲੀ ਗਈ, ਅਗਲੇ ਦਿਨ ਗੁਜਰਾਤ ਚਲੀ ਗਈ, ਜਾਂ ਸਾਡੇ ਸ਼ਹਿਰ ਵਿੱਚ ਹੀ 2-2 ਸੈਂਟਰ 'ਚ ਚਲੀ ਗਈ। ਸਾਨੂੰ ਪਤਾ ਹੀ ਨਹੀਂ ਚੱਲਦਾ ਸੀ ਉਹ ਕਿੰਨੀ ਵਾਰੀ ਅੰਡੇ ਦੇ ਚੁੱਕੀ ਹੈ। ਅਸੀਂ ਵੀ ਬਹੁਤ ਅਪਸੈਟ ਸੀ, ਅਸੀਂ ਪੇਸ਼ੈਂਟ ਨੂੰ ਪੁੱਛ ਵੀ ਲੈਂਦੇ ਸੀ, ਅੱਛਾ ਤੂੰ ਅੰਡੇ ਤਾਂ ਨਹੀਂ ਦੀਏ? ਕਹਿੰਦੀ ਨਹੀਂ ਜੀ ਨਹੀਂ ਦੀਏ। ਬਟ ਹੁਣ ਉਹ ਡੇਟਾ ਆ ਜਾਏਗਾ, ਆਧਾਰ ਕਾਰਡ ਫੀਡ ਹੋਏਗਾ ਉਸਦੇ ਅੰਦਰ, ਉਹਦੀ ਐਂਟਰੀ ਹੋ ਜਾਏਗੀ, ਮਤਲਬ ਇੱਕ ਟਾਈਮ ਤੋਂ ਜ਼ਿਆਦਾ ਉਹ ਅੰਡੇ ਨਹੀਂ ਦੇ ਸਕਦੀ ਹੈ। ਇਹ ਬਹੁਤ ਅੱਛਾ ਸਟੈਪ ਗਵਰਨਮੈਂਟ ਨੇ ਕੀਤਾ ਹੈ ਲਾਅ ਦੇ ਅੰਦਰ। ਠੀਕ ਹੈ। ਦੂਸਰੀ ਗੱਲ ਹੋ ਗਈ ਸਪਰਮ ਡੋਨੇਸ਼ਨ। ਸਪਰਮ ਦਾ ਵੀ ਉਹ ਇਸ ਤਰ੍ਹਾਂ ਕਰ ਰਹੇ ਕਿ ਇਹ ਨਹੀਂ ਕਿ ਇੱਕ ਸਪਰਮ ਦੇ ਨਾਲ ਤੁਸੀਂ ਇੰਨੇ ਜ਼ਿਆਦਾ ਪ੍ਰੈਗਨੈਂਸੀਜ਼ ਕਰ ਸਕਦੇ ਹੋ। ਠੀਕ ਹੈ। ਤਾਂ ਰੈਗੂਲੇਸ਼ਨ ਬੋਡੀਜ਼ ਜਿਹੜੀ ਆ ਗਈ ਹੈ ਉਹ ਥੋੜ੍ਹਾ ਥੋੜ੍ਹਾ ਚੈੱਕ ਹੋ ਜਾਏਗਾ। ਡੈਫੀਨੇਟਲੀ IVF ਮਹਿੰਗਾ ਹੋਏਗਾ। ਉਹ ਸਾਰੇ ਸਪੈਕੂਲੇਟ ਕਰ ਰਹੇ ਕਿ IVF ਮਹਿੰਗਾ ਹੋਏਗਾ ਕਿਉਂਕਿ ਡੋਨਰਸ ਨੇ ਪੈਸੇ ਵਧਾ ਦੇਣੇ। ਸਾਡੀ ਜਿਹੜੀ ਇਨਫਰਾਸਟਰਕਚਰ, ਕਿਉਂਕਿ ਗਵਰਨਮੈਂਟ ਨੇ ਗਾਈਡਲਾਈਨਸ ਦੇਣ ਤੁਹਾਡੇ ਕੋਲ ਇਹ ਵੀ ਹੋਣਾ ਚਾਹੀਦਾ, ਇਹ ਵੀ ਇੰਨਾ ਸਟਾਫ ਹੋਣਾ ਚਾਹੀਦਾ, ਗਾਇਨੋਕੋਲੋਜਿਸਟ ਵੀ ਹੋਣੇ ਚਾਹੀਦੇ, 2-2 ਹੋਣੇ ਚਾਹੀਦੇ। ਜਿਹੜੇ ਛੋਟੇ ਸੈਂਟਰਸ ਹੈ ਉਹ ਕਿਸ ਤਰ੍ਹਾਂ ਕੰਮ ਕਰਨਗੇ? ਉਹ ਨਹੀਂ ਸਰਵਾਈਵ ਕਰ ਸਕਦੇ। ਹੁਣ ਉਹ ਆਪਣੇ ਰਾਈਟਸ ਲਈ ਲੜ ਰਹੇ ਹੈ ਕਿ ਠੀਕ ਹੈ ਮੈਂ ਇਕੱਲੀ ਹੈਗੀ, ਕੋਈ ਗੱਲ ਨਹੀਂ, ਮੈਂ IVF ਸੰਭਾਲ ਰਹੀ ਹਾਂ। ਤਾਂ ਕਈ ਚੀਜ਼ਾਂ ਹੁਣ ਹੌਲੀ ਹੌਲੀ ਕਲੀਅਰ ਹੋਣਗੀਆਂ। ਬਟ ਅਸੀਂ ਗਵਰਨਮੈਂਟ ਦੇ ਨਾਲ ਹੈ, ਅਸੀਂ ਲਾਅ ਦੇ ਨਾਲ ਹੈ। ਵੀ ਆਰ ਵੈਰੀ ਹੈਪੀ ਵਿਦ ਦ ਲਾਅ। ਬਸ ਜੇ ਲਾਅ ਸਾਡੀ ਥੋੜ੍ਹੀ ਬਹੁਤ ਗੁਜ਼ਾਰਿਸ਼ ਸੁਣ ਲਏ ਕਿ ਇੰਨੇ ਟੈਕਸਿਸ ਨਾ ਇੰਪੋਜ਼ ਕਰੇ ਸਾਨੂੰ, ਜਿਸ ਤਰ੍ਹਾਂ ਪੈਸੇ ਦੇਣੇ ਪੈਂਦੇ ਟੂ ਰਜਿਸਟਰ। ਹੁਣ IVF ਸ਼ੁਰੂ ਕਰਨ ਲਈ ਤੁਸੀਂ ਪੈਸੇ ਦਿਓ, ਅਤੇ ਹੋਰ ਕੋਈ ਕੰਮ ਸ਼ੁਰੂ ਕਰਨ ਲਈ ਕੋਈ ਪੈਸੇ ਨਹੀਂ ਦਿੰਦਾ। ਤੁਸੀਂ ਕੰਮ ਕਰਦੇ, ਤੁਸੀਂ ਪੈਸੇ ਦਿੰਦੇ ਹੋ ਗਵਰਨਮੈਂਟ ਨੂੰ? ਮੈਂ ਪੁੱਛ ਰਹੀ ਹਾਂ ਤੁਹਾਨੂੰ। ਨਹੀਂ। ਮੇਰੀ ਰੋਜ਼ੀ ਰੋਟੀ ਹੈ, ਮੈਂ ਇੱਥੋਂ ਹੀ ਕਮਾਉਣਾ ਹੈ। ਬਟ ਜੇ ਮੈਂ IVF ਕਰ ਰਹੀ ਹਾਂ, ਮੈਂ 20 ਸਾਲਾਂ 22 ਸਾਲਾਂ ਤੋਂ ਕਰ ਰਹੀ ਹਾਂ, ਹੁਣ ਗਵਰਨਮੈਂਟ ਨੂੰ ਯਾਦ ਆਇਆ ਕਿ ਇਹਨਾਂ ਦਾ IVF ਸੈਂਟਰ, ਇਹਨਾਂ ਤੋਂ ਪੈਸੇ ਲਓ ਜੀ। ਵਾਈ? ਉਹ ਫਿਰ ਪੈਸੇ ਕੌਣ ਦੇਗਾ? ਪੇਸ਼ੈਂਟ ਹੀ ਦੇਗਾ ਨਾ। ਟ੍ਰੀਟਮੈਂਟ ਮਹਿੰਗਾ ਹੋਏਗਾ। ਅਸੀਂ ਸਾਰੇ ਸੋਚ ਰਹੇ ਟ੍ਰੀਟਮੈਂਟ ਮਹਿੰਗਾ। ਵੈਸੇ ਹੀ ਸਭ ਚੀਜ਼ ਮਹਿੰਗੀ ਹੋ ਗਈ। ਸਾਡੇ ਇੰਸਟਰੂਮੈਂਟਸ ਮਹਿੰਗੇ ਹੋ ਗਏ ਜੀ, ਸਾਡੇ ਇੰਜੈਕਸ਼ਨਸ ਮਹਿੰਗੇ ਹੋ ਗਏ, ਸਾਡੇ ਰੇਟਸ ਫਿਕਸਡ ਹੈ। ਰੇਟ ਤੁਸੀਂ ਮਹਿੰਗਾ ਨਹੀਂ ਕਰ ਸਕਦੇ, ਪੇਸ਼ੈਂਟ ਬੋਲੇਗਾ। ਸੋ ਦੈਟ ਮੀਨਸ ਕਿ ਸਾਡਾ ਪ੍ਰੋਫਿਟ ਲੈਸ ਹੋ ਗਿਆ। ਅਸੀਂ ਪ੍ਰੋਫਿਟ ਜ਼ਿਆਦਾ ਨਹੀਂ ਕਮਾਉਂਦੇ। ਲੋਕਾਂ ਦੇ ਅੱਖਾਂ 'ਚ IVF ਸੈਂਟਰ ਬਹੁਤ ਕਮਾ ਰਹੇ ਆ। ਜੇ ਤੁਸੀਂ ਅੱਗੇ ਦੇਖੋ ਲੈਬ ਵਿੱਚ ਕੀ ਬਣਾਇਆ ਹੈ। ਲੈਬ ਜੇ ਮੈਂ ਕਹਿ ਚੁੱਕੀ ਹਾਂ 4 ਵਾਰੀ ਅਸੀਂ ਚੇਂਜ ਕਰ ਚੁੱਕੇ ਹਾਂ। ਅੱਜ ਮੈਂ ਜਿਵੇਂ ਸੀਮਨ ਐਨਾਲਾਈਜ਼ਰ ਦੀ ਮਸ਼ੀਨ, ਜਿਸ ਸੀਮਨ ਚੈੱਕ ਕਰਦੇ ਆਟੋਮੇਟਿਡ ਮਸ਼ੀਨ ਹੈ, ਉਹ 10 ਲੱਖ ਦੀ ਹੈ। ਸਾਡੇ ਇਨਕਿਊਬੇਟਰ ਜਿਹੜੇ ਸਾਡੇ ਹੈ, ਅਸੀਂ ਚੇਂਜ ਕਰਦੇ ਰਹਿੰਦੇ ਹਾਂ, ਉਹ 14 ਤੋਂ 15 ਲੱਖ ਦਾ ਇੱਕ ਇਨਕਿਊਬੇਟਰ ਹੈ। ਜਿਹੜਾ ਲੇਜ਼ਰ ਹੈ ਉਹ ਲੈਕਸ ਜਾਂਦਾ ਹੈ। ਤਾਂ ਕੌਣ ਦੇਗਾ? ਜਾਂ ਤਾਂ ਸਾਡੇ ਕੋਲ ਜਾਇਦਾਦ ਹੀ ਨਹੀਂ ਜ਼ਿਆਦਾ, ਉਹ ਤਾਂ ਠੀਕ ਹੈ, ਨਹੀਂ ਤਾਂ ਪੇਸ਼ੈਂਟ ਹੀ ਦੇਗਾ ਨਾ। ਸਾਡੇ ਕੋਲ ਐਕਸਪਰਟੀਜ਼ ਹੈ, ਸਾਡੇ ਕੋਲ ਨੌਲੇਜ ਹੈ। ਬਟ ਕਈ ਵਾਰੀ ਸਾਡੇ ਹੱਥ ਬਣ ਜਾਂਦੇ ਕਿ ਸਾਡੇ ਕੋਲ ਇੰਨੀ ਜ਼ਿਆਦਾ ਕਮਾਈ ਨਹੀਂ ਹੈ ਕਿ ਅਸੀਂ ਇੱਕ ਵਾਰੀ ਸਾਰਾ ਕੁਝ ਲਾ ਦਈਏ IVF ਲੈਬ ਵਿੱਚ। ਬਹੁਤ ਬਹੁਤ ਸ਼ੁਕਰੀਆ ਮੈਮ ਤਮਾਮ ਜਾਣਕਾਰੀ ਦੇ ਲਈ। ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਡਾਕਟਰ GK ਬੇਦੀ ਦੇ ਨਾਲ, ਜਿਨ੍ਹਾਂ ਨੇ ਪੂਰਾ ਇਹ ਪ੍ਰੋਸੀਜਰ ਹੈ ਉਹ ਐਕਸਪਲੇਨ ਕੀਤਾ ਕਿ ਇਸ ਤਰੀਕੇ ਦੇ ਨਾਲ ਹੁੰਦਾ। ਚੰਡੀਗੜ੍ਹ ਦੇ ਵਿੱਚ ਵਨ ਆਫ ਦਾ ਓਲਡੈਸਟ ਜਿਹੜਾ IVF ਸੈਂਟਰ ਹੈ ਜਿਹੜਾ ਰਨ ਕਰ ਰਹੇ ਨੇ ਇਹ। ਅਤੇ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਹੈ ਜਿਹੜੀ ਇਸ ਪੂਰੇ ਵਿਸ਼ੇ ਬਾਰੇ ਬਹੁਤ ਵਧੀਆ ਤਰੀਕੇ ਦੇ ਨਾਲ ਮਿਲੀ ਹੋਣੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।